ਨਾਲ ਗੁਰਫਤਿਹ ਬੁਲਾਓ। ਸਾਰੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਸਾਧ ਸੰਗਤ ਜੀ, ਜਿਨ੍ਹਾਂ ਸ਼ਬਦਾਂ ਦੀ ਵਿਚਾਰ ਆਪਾਂ ਲੰਬੇ ਸਮੇਂ ਤੋਂ ਕਰਦੇ ਆ ਰਹੇ ਹਾਂ, ਇਹ ਸ਼ਬਦ ਭਗਤ ਕਬੀਰ ਸਾਹਿਬ ਜੀ ਦੇ ਪਵਿੱਤਰ ਸ਼ਲੋਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਗੁਰਬਾਣੀ ਦੇ ਵਿੱਚ ਦਰਜ ਹਨ। ਔਰ ਕੱਲ੍ਹ ਤੱਕ ਆਪਾਂ ਜਿਨ੍ਹਾਂ ਸ਼ਲੋਕਾਂ ਦੀ ਵਿਚਾਰ ਕੀਤੀ ਸੀ, 134 ਸ਼ਲੋਕਾਂ ਦੀ ਆਪਾਂ ਕੰਪਲੀਟ ਵਿਚਾਰ ਕੀਤੀ ਸੀ। ਔਰ ਉਸ ਤੋਂ ਅਗਲੇ ਸ਼ਲੋਕ ਨੂੰ ਆਪਾਂ ਸ਼ੁਰੂ ਕੀਤਾ ਸੀ, ਜੋ ਕਿ ਬਚਨ ਹੈ, ਕਬੀਰ ਠਾਕਰ ਪੂਜੇ ਮੋਲ ਲੈ, ਮਨ ਹਟ ਤੀਰਥ ਜਾਹੇ, ਦੇਖਾ ਦੇਖੀ ਸਵਾਂਗ ਧਰ, ਭੂਲੇ ਭਟਕਾ ਖਾਹੇ। ਇਹ ਸ਼ਲੋਕ ਹੈ। ਆਓ ਇਸ ਦੀ ਆਪਾਂ ਲੜੀ ਜੋੜਨ ਵਾਸਤੇ ਥੋੜ੍ਹੀ ਦੁਬਾਰਾ ਵਿਚਾਰ ਕਰਦੇ ਹਾਂ। ਇਸ ਸ਼ਲੋਕ ਵਿੱਚ ਭਗਤ ਕਬੀਰ ਸਾਹਿਬ ਜੀ ਪੱਥਰ ਪੂਜਣ ਦੀ ਗੱਲ ਕਰਦੇ ਨੇ। ਔਰ ਇਸ ਵਿੱਚ ਨਹੀਂ, ਅਗਲੇ 2-3 ਸ਼ਲੋਕਾਂ ਦੇ ਵਿੱਚ ਲੜੀਵਾਰ ਭਗਤ ਕਬੀਰ ਸਾਹਿਬ ਜੀ ਇਹ ਸਮਝਾਉਣਾ ਕਰਦੇ ਨੇ ਕਿ ਪਰਮਾਤਮਾ ਇੱਕ ਹੈ, ਪਰਮਾਤਮਾ ਇੱਕ ਸ਼ਕਤੀ ਹੈ। ਪਰਮਾਤਮਾ ਕੇਵਲ ਕੋਈ ਇੱਕ ਆਕਾਰ ਨਹੀਂ। ਜੇ ਤਾਂ ਆਪਾਂ ਲਾਈਏ ਆਕਾਰ ਰੂਪ ਵਿੱਚ, ਫਿਰ ਤਾਂ ਜਿੰਨੇ ਵੀ ਆਕਾਰ ਨੇ ਇਹ ਸਭ ਪਰਮਾਤਮਾ ਦੇ ਹੈ, ਨਾ ਕਿ ਕਿਸੇ ਇੱਕ ਪੱਥਰ ਨੂੰ ਪਰਮਾਤਮਾ ਕਹਿੰਦੇ ਹੈ। ਆਖੋ ਸਤਿਨਾਮ। ਫਿਰ ਤਾਂ ਜੋ ਦਿਸੈ ਸੋ ਤੇਰਾ ਰੂਪ, ਜਿਹੜਾ ਵੀ ਦਿਸਦਾ ਉਹ ਵਾਹਿਗੁਰੂ ਜੀ ਦਾ ਸਰੂਪ ਹੈ। ਔਰ ਜੇ ਅਸੀਂ ਸੂਖਮ ਤੌਰ 'ਤੇ ਵੇਖੀਏ ਤਾਂ ਪਰਮਾਤਮਾ ਇੱਕ ਸ਼ਕਤੀ ਹੈ, ਪਰਮਾਤਮਾ ਇੱਕ ਜੋਤ ਹੈ, ਪਰਮਾਤਮਾ ਇੱਕ ਨੂਰ ਹੈ, ਪਰਮਾਤਮਾ ਇੱਕ ਨੂਰ ਦਾ ਸੈਂਟਰ ਹੈ, ਜਿੱਥੋਂ ਨੂਰ ਪੈਦਾ ਹੁੰਦਾ ਹੈ, ਜਿੱਥੋਂ ਜੋਤ ਹੈ, ਜਿੱਥੋਂ ਸੰਸਾਰ ਹੈ। ਉਹ ਪਰਮਾਤਮਾ ਨਿਰਾਕਾਰ ਹੈ। ਆਖੋ ਸਤਿਨਾਮ। ਨਿਰਾਕਾਰ ਦਾ ਅਰਥ ਹੁੰਦਾ ਹੈ ਆਕਾਰ ਤੋਂ ਬਿਨਾਂ ਹੋਵੇ। ਹੁਣ ਜਿਹੜਾ ਕੋਈ ਸਰੀਰ ਹੈ ਉਹ ਆਕਾਰ 'ਚ ਹੁੰਦਾ ਹੈ, ਭਾਰ ਵੀ ਹੁੰਦਾ, ਉਹਦਾ ਜਗ੍ਹਾ ਵੀ ਹੁੰਦੀ ਹੈ ਵੀ ਕਿੰਨੇ ਥਾਂ 'ਚ ਖੜ੍ਹਦਾ, ਬਹਿੰਦਾ ਹੈ, ਰੁਕਿਆ। ਕੋਈ ਵੀ ਚੀਜ਼ ਹੈ ਜਿਹੜੀ ਉਹ ਆਕਾਰ ਦੇ ਵਿੱਚ ਹੈ, ਜਿਹੜੀ ਵਸਤੂ ਕਹਾਉਂਦੀ ਹੈ, ਭਾਵੇਂ ਉਹ ਪਾਈਏ ਦੀ ਹੋਵੇ, ਭਾਵੇਂ ਕਿਲੋ ਦੀ ਹੋਵੇ, ਭਾਵੇਂ ਉਹ ਕਿਸੇ ਦਾ ਸਰੀਰ ਹੋਵੇ, ਭਾਵੇਂ ਉਹ ਕੋਈ ਲੋਹੇ ਦੀ ਬਣੀ ਚੀਜ਼ ਹੋਵੇ, ਭਾਵੇਂ ਕੋਈ ਪੱਥਰ ਦੀ ਹੋਵੇ, ਉਹ ਆਕਾਰ ਵਿੱਚ ਹੈ। ਅਤੇ ਆਕਾਰ ਦੀ ਲਿਮਟ ਹੁੰਦੀ ਹੈ। ਰਿਕਾਰਡਿੰਗ ਹੋ ਰਹੀ ਹੈ, ਮੈਂ ਇਸ ਕਰਕੇ ਥੋੜ੍ਹਾ ਜਿਹਾ ਉਸ ਬੰਧਨ ਦੇ ਵਿੱਚ ਬੋਲ ਰਿਹਾ। ਆਕਾਰ ਦੀ ਲਿਮਟ ਹੁੰਦੀ ਹੈ ਵੀ ਮੰਨ ਲਓ ਇੰਨੇ ਆਕਾਰ ਦੇ ਵਿੱਚ ਉਹਨੂੰ ਮਿਲ ਸਕਦਾ ਬੰਦਾ, ਵੀ ਇੰਨਾ ਇਹਦੀ ਹਾਈਟ ਹੈ, ਉਚਾਈ ਹੈ, ਇੰਨੀ ਇਹਦੀ ਚੜਾਈ ਹੈ, ਅਤੇ ਇੰਨਾ ਇਹਦਾ ਭਾਰ ਹੈ। ਇਹਦਾ ਮਤਲਬ ਹੈ ਜਿਹੜਾ ਆਕਾਰ ਦੇ ਵਿੱਚ ਹੈ ਉਹਨੂੰ ਕੋਈ ਇਹ ਨਹੀਂ ਕਹਿ ਸਕਦਾ ਕਿ ਇਹ ਤਾਂ ਜੀ ਬੇਅੰਤ ਹੈ। ਜਿਵੇਂ ਕਹੋ ਵੀ ਉਹ ਤਾਂ ਜੀ ਬਹੁਤ ਬੇਅੰਤ, ਅਗਲਾ ਮਿਲ ਕੇ ਕਹਿ ਦੂਗਾ ਵੀ 5 ਫੁੱਟ ਦਾ ਹੈ। ਆਖੋ ਸਤਿਨਾਮ। ਜਾਂ 50 ਫੁੱਟ ਦਾ, ਜਾਂ 100 ਫੁੱਟ ਦਾ, ਹੋਰ ਕਿੱਡਾ ਕੁ ਬੇਅੰਤ ਹੈ, ਮਿਲ ਦੂਗਾ ਬੰਦਾ। ਅੰਤ ਦਾ ਭਾਵ ਹੁੰਦਾ ਅਖੀਰ। ਜਿਹਦਾ ਅਖੀਰ ਹੈਗਾ ਹੈ ਉਹਨੂੰ ਬੇਅੰਤ ਨਹੀਂ ਕਿਹਾ ਜਾ ਸਕਦਾ। ਜੇ ਕਹਾਂ ਜੀ ਉਹਦਾ ਤਾਂ ਭਾਰ ਬੇਅੰਤ ਹੈ, ਉਹ ਕਹੂਗਾ ਨਹੀਂ ਕੁਆਂਟਲ 2 ਕੁਆਂਟਲ ਹੈ, ਮੈਂ ਤੈਨੂੰ ਤੋਲ ਕੇ ਵਿਖਾ ਦਿੰਦਾ। ਆਖੋ ਸਤਿਨਾਮ। ਇਸ ਕਾਰਨ ਕਰਕੇ ਜਿਹੜਾ ਆਕਾਰ ਦੇ ਵਿੱਚ ਆ ਗਿਆ ਉਹਦੀ ਲਿਮਟ ਹੋ ਜਾਂਦੀ ਹੈ, ਉਹਦਾ ਅਖੀਰ ਹੋ ਜਾਂਦਾ ਹੈ। ਅਤੇ ਦੂਜੇ ਪਾਸੇ ਟਾਈਮ ਦੇ ਆਧਾਰ 'ਤੇ, ਕਾਲ ਦੇ ਆਧਾਰ 'ਤੇ
ਜਿਹੜਾ ਆਕਾਰ 'ਚ ਹੈ ਉਹ ਕਿਸੇ ਟਾਈਮ 'ਤੇ ਬਣਿਆ ਹੈ, ਭਾਵੇਂ ਉਹ ਮਨੁੱਖ ਦਾ ਸਰੀਰ ਹੈ, ਭਾਵੇਂ ਕਿਸੇ ਪਸ਼ੂ ਪੰਛੀ ਦਾ ਸਰੀਰ ਹੈ, ਭਾਵੇਂ ਉਹ ਕੋਈ ਚੀਜ਼ ਹੈ, ਕਿਸੇ ਟਾਈਮ ਦੇ ਉੱਤੇ ਬਣਿਆ ਹੈ। ਔਰ ਉਹਦੀ ਉਮਰ ਹੈ, ਜਿਹੜਾ ਕਿਸੇ ਟਾਈਮ 'ਤੇ ਬਣਿਆ ਉਹਨੇ ਕਿਸੇ ਟਾਈਮ 'ਤੇ ਜਾ ਕੇ ਖਤਮ ਵੀ ਹੋ ਜਾਣਾ ਹੈ। ਆਖੋ ਸਤਿਨਾਮ। ਪਰਮਾਤਮਾ 'ਤੇ ਇਹਨਾਂ ਵਿੱਚੋਂ ਕੋਈ ਵੀ ਕੰਡੀਸ਼ਨ ਨਹੀਂ ਲਾਈ ਜਾ ਸਕਦੀ। ਨਾ ਪਰਮਾਤਮਾ ਨੂੰ ਅੰਤ ਵਿੱਚ ਪਾਇਆ ਜਾ ਸਕਦਾ ਹੈ, ਨਾ ਪਰਮਾਤਮਾ ਨੂੰ ਤੋਲ ਵਿੱਚ ਪਾਇਆ ਜਾ ਸਕਦਾ ਹੈ ਕਿਉਂਕਿ ਬੇਅੰਤ ਹੈ, ਔਰ ਨਾ ਪਰਮਾਤਮਾ ਨੂੰ ਸਮੇਂ ਵਿੱਚ ਬੰਨ੍ਹਿਆ ਜਾ ਸਕਦਾ ਹੈ ਕਿਉਂਕਿ ਉਹ ਤਾਂ ਸਮੇਂ ਤੋਂ ਉੱਪਰ ਹੈ, ਕਾਲ ਰਹਿਤ ਹੈ, ਅਕਾਲ ਮੂਰਤ ਹੈ। ਇਸ ਕਰਕੇ ਪਰਮਾਤਮਾ ਨੂੰ ਸਮੇਂ ਵਿੱਚ ਬੰਨ੍ਹਿਆ ਨਹੀਂ ਜਾ ਸਕਦਾ। ਪਰਮਾਤਮਾ ਨੂੰ ਨਿਰਾਕਾਰ ਕਹਿਣਾ ਹੀ ਠੀਕ ਹੈ। ਆਖੋ ਸਤਿਨਾਮ। ਜੋ ਮੈਂ ਬੋਲਿਆ ਇਹ ਵੀ ਸਾਡੇ ਸਮਝਣ ਵਾਸਤੇ ਹੈ। ਮੈਂ ਇਹ ਕਹਿ ਰਿਹਾ ਕਿ ਮੈਂ ਪਰਮਾਤਮਾ ਦਾ ਸਰੂਪ ਸਿੱਧ ਨਹੀਂ ਕਰ ਸਕਦਾ, ਨਾਲ ਨਾਲੇ ਬਚਨ ਕਰ ਰਿਹਾ, ਮੈਂ ਪਰਮਾਤਮਾ ਦਾ ਸਰੂਪ ਸਿੱਧ ਨਹੀਂ ਕਰ ਸਕਦਾ। ਸਾਡੇ ਸਮਝਣ ਵਾਸਤੇ ਹੈ ਕਿ ਪਰਮਾਤਮਾ ਨਿਰਾਕਾਰ ਹੈ। ਫਿਰ ਅਸੀਂ ਜਿਹੜਾ ਪੱਥਰ ਦਾ ਬਣਾਇਆ ਉਹ ਕੀ ਹੈ? ਅੰਤ ਵਿੱਚ ਹੈ, ਉਹ ਸਮੇਂ ਵਿੱਚ ਬਣਿਆ, ਸਮੇਂ ਵਿੱਚ ਟੁੱਟੂਗਾ, ਸਮੇਂ ਵਿੱਚ ਡੁੱਬੂਗਾ। ਜਿਸ ਮਟੀਰੀਅਲ ਦਾ ਬਣਿਆ ਉਹ ਮਟੀਰੀਅਲ ਆਪਣਾ ਇਫੈਕਟ ਕਰੂਗਾ। ਉਹ ਮਟੀਰੀਅਲ ਮੰਨ ਲਓ ਵੀ ਕੋਈ ਭਗਵਾਨ ਪੱਥਰ ਦਾ ਬਣਿਆ ਅਤੇ ਉਹ ਜਿਹੜਾ ਪੱਥਰ ਹੈ ਉਹ ਪੱਥਰ ਆਪਦਾ ਇਫੈਕਟ ਕਰਦਾ ਹੈ। ਜਦੋਂ ਉਸ ਭਗਵਾਨ ਨੂੰ ਤੁਸੀਂ ਪਾਣੀ 'ਤੇ ਛੱਡੋਗੇ ਉਹ ਡੁੱਬ ਜਾਊਗਾ। ਆਖੋ ਸਤਿਨਾਮ। ਕਿਉਂਕਿ ਉਹ ਪੱਥਰ ਨੇ ਤਾਂ ਆਪਦਾ ਕੰਮ ਕਰਨਾ ਹੈ ਨਾ, ਪੱਥਰ ਦਾ ਆਪਦਾ ਗੁਣ ਹੈ। ਇਸ ਕਾਰਨ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਇਹ 2-3 ਸ਼ਲੋਕ ਬੜਾ ਇਸ ਵਿਸ਼ੇ 'ਤੇ ਸੀਰੀਅਸ ਕਰਕੇ ਲਏ ਨੇ। ਮੈਂ ਕਹਿੰਦਾ ਜਿਹੜਾ ਬੰਦਾ ਇਹਨਾਂ ਸ਼ਲੋਕਾਂ ਨੂੰ ਸੁਣ ਲਵੇਗਾ ਨਾ, ਉਹ ਸਿੱਧੇ ਹੀ ਸਭ ਕੁਝ ਛੱਡ ਕੇ ਪਰਮਾਤਮਾ ਦੀ ਪੂਜਾ ਕਰੇਗਾ। ਆਖੋ ਸਤਿਨਾਮ। ਇੱਕ ਨਿਰਾਕਾਰ ਵਾਹਿਗੁਰੂ ਪਰਮੇਸ਼ਰ ਜੀ ਦੀ ਪੂਜਾ ਕਰੇਗਾ। ਔਰ ਉਸ ਵਿੱਚ ਲੀਨ ਕਿਵੇਂ ਹੋਇਆ ਜਾਂਦਾ ਇਹ ਵੱਖਰਾ ਵਿਸ਼ਾ ਹੈ। ਆਪਾਂ ਪਹਿਲਾਂ ਅੱਜ ਇਸ ਸ਼ਲੋਕ ਨੂੰ ਸਮਝਦੇ ਹਾਂ। ਕਬੀਰ ਠਾਕਰ ਪੂਜੇ ਮੋਲ ਲੈ। ਕਬੀਰ ਸਾਹਿਬ ਵਚਨ ਕਰ ਰਹੇ ਨੇ, ਕਹਿੰਦੇ ਭਾਈ ਤੂੰ ਠਾਕਰ ਪੂਜਦਾ ਮੁੱਲ ਲੈ ਕੇ, ਯਾਨੀ ਪੱਥਰ ਦਾ ਭਗਵਾਨ ਲੈ ਕੇ ਪੂਜਦਾ ਹੈ। ਮਨ ਹੱਠ ਤੀਰਥ ਜਾਹੇ। ਨਾਲ ਨਾਲ ਤੂੰ ਇੱਕ ਇਹ ਢਾਂਚਾ ਬਣਾ ਲਿਆ ਵੀ ਆਪਦੇ ਮਨ 'ਚ ਜਿੱਥੇ ਤੈਨੂੰ ਕਿਸੇ ਨੇ ਕਹਿਤਾ ਵੀ ਇੱਥੇ ਠੀਕ ਹੈ ਤੀਰਥ 'ਤੇ ਜਾਣਾ, ਉਹ ਬੰਦੇ ਨੇ ਕਿਹਾ, ਉੱਥੇ ਤੂੰ ਜਾ ਕੇ ਆਪਣੇ ਆਪ ਨੂੰ ਪੁੰਨੀ ਬਣ ਰਿਹਾ ਹੈ। ਇਹ ਤੇਰਾ ਮਨ ਹੱਠ ਕਰਮ ਹੈ, ਨਾ ਕਿ ਧਾਰਮਿਕ ਕਰਮ ਹੈ। ਆਖੋ ਸਤਿਨਾਮ। ਮੈਂ ਵਿੱਚੋਂ ਦੀ ਰੁਕ ਕੇ ਇਹ ਬੇਨਤੀ ਕਰ ਦੇਵਾਂ ਜੀ, ਸ਼ੁਭ ਧਰਮ ਸਿਰਫ ਉਹ ਹੁੰਦਾ ਹੈ ਜਿਹੜਾ ਗੁਰੂ ਸਾਹਿਬ ਦਾ ਦਰਸਾਇਆ ਮਾਰਗ ਹੋਵੇ। ਵਿੱਚੋਂ ਦੀ ਜਿਹੜਾ ਕੋਈ ਪਾ ਜਾਵੇ ਕੁਛ, ਉਹ 'ਤੇ ਸਾਨੂੰ ਸ਼ੰਕਾ ਕਰਨਾ ਪੈਣਾ, ਉਸ ਨੂੰ ਸਮਝਣਾ ਪੈਣਾ, ਗੁਰੂ ਸਾਹਿਬ ਨਾਲ ਕੰਪੈਰੀਜ਼ਨ ਕਰਾ ਕੇ ਵੇਖਣਾ ਪੈਣਾ ਕੀ ਇਸ ਗੱਲ ਨੂੰ ਗੁਰੂ ਸਾਹਿਬ ਮੰਨਦੇ ਹੈ, ਕੀ ਇਸ ਗੱਲ ਦੀ ਗੁਰੂ ਸਾਹਿਬ ਸਾਨੂੰ ਆਗਿਆ ਦਿੰਦੇ ਹੈ। ਮੰਨ ਲਓ ਤੀਰਥ 'ਤੇ ਇਸ਼ਨਾਨ ਕਰਨਾ ਹੈ, ਮੰਨ ਲਓ ਕਿਸੇ ਤਸਵੀਰ ਦੀ ਪੂਜਾ ਕਰਨੀ ਹੈ, ਮੰਨ ਲਓ ਕੋਈ ਗਿਣਤੀ ਦੇ ਪਾਠ ਕਰਨੇ ਹੈ, ਜਾਂ ਇੱਦਾਂ ਦਾ ਕੁਛ ਕਰਨਾ, ਧੂਣੇ ਤਾਪਣੇ ਹੈ, ਪੁੱਠੇ ਲਟਕਣੇ, ਜਲ ਧਾਰੇ ਕਰਨੇ ਹੈ, ਕਿ ਗੁਰੂ ਸਾਹਿਬ ਇਸ ਗੱਲ ਦੀ ਆਗਿਆ ਦਿੰਦੇ ਹੈ? ਕਿਸੇ ਤੀਰਥ 'ਤੇ ਜਾਣਾ, ਦੂਰ ਤੱਕ ਜਾਣਾ ਹੈ, ਜੇ ਤਾਂ ਗੁਰੂ ਸਾਹਿਬ ਆਗਿਆ ਦਿੰਦੇ ਹੈ ਫਿਰ ਤਾਂ ਕਰਨਾ ਹੈ। ਬਸ ਇਹ ਜੀਵਨ ਦੇ ਵਿੱਚ ਪਰਪੱਕ ਗੱਲ ਕਰਨੀ ਹੈ। ਜੇ ਗੁਰੂ ਸਾਹਿਬ ਰੋਕਦੇ ਆ ਫਿਰ ਨਹੀਂ ਅਸੀਂ ਕਰਨਾ, ਭਾਵੇਂ ਕਿਸੇ ਨੇ ਕਿਹਾ ਹੋਵੇ। ਆਖੋ ਸਤਿਨਾਮ। ਭਾਵੇਂ ਕੋਈ ਸਾਡਾ ਬਾਬਾ ਕਹੀ ਜਾਵੇ, ਭਾਵੇਂ ਕੋਈ ਸ਼੍ਰੋਮਣੀ ਕਮੇਟੀ ਵਾਲਾ ਕਹੀ ਜਾਵੇ, ਭਾਵੇਂ ਕੋਈ ਤਖਤ ਸਾਹਿਬ 'ਤੇ ਬੈਠਾ, ਭਾਵੇਂ ਕੋਈ ਹਰਿਮੰਦਰ ਸਾਹਿਬ 'ਤੇ ਬੈਠਾ, ਭਾਵੇਂ ਕੋਈ ਕਿਸੇ ਵੀ ਜਗ੍ਹਾ 'ਤੇ ਬੈਠਾ ਇਹ ਕਹੀ ਜਾਵੇ ਕਿ ਇੱਥੇ ਐਂ ਕਰਨ ਨਾਲ ਐਂ ਪੁੰਨ ਹੋ ਜਾਂਦਾ, ਇੱਥੇ ਆਹ ਰੱਖਣ ਨਾਲ ਆਹ ਪੁੰਨ ਹੋ ਜਾਂਦਾ, ਇੱਥੇ ਆਹ ਚੀਜ਼ ਚੜ੍ਹਾਉਣ ਨਾਲ ਆਹ ਪੁੰਨ ਹੋ ਜਾਂਦਾ। ਜੇ ਮੇਰੇ ਗੁਰੂ ਸਾਹਿਬ ਆਗਿਆ ਨਹੀਂ ਦਿੰਦੇ ਤਾਂ ਇਹ ਕਿਸੇ ਦੀ ਬਣਾਈ ਹੋਈ ਰਾਹ 'ਚ ਗੱਲ ਹੈ। ਆਖੋ ਸਤਿਨਾਮ। ਇਸ ਨੂੰ ਐਂ ਕਰਕੇ ਨਹੀਂ ਪਰਪੱਕ ਕਰਨਾ ਵੀ ਉਹ ਤਾਂ ਜੀ ਸ਼੍ਰੋਮਣੀ ਕਮੇਟੀ ਵਾਲੇ ਕਹਿੰਦੇ ਸੀਗੇ,
ਜਾਂ ਉਹ ਤਾਂ ਫਲਾਣਾ ਬਾਬਾ ਕਹਿੰਦਾ ਸੀ, ਉਹ ਤਾਂ ਸੱਚੀ ਗੱਲ ਹੈ, ਜਾਂ ਉਹ ਤਾਂ ਫਲਾਣੇ ਦੀ ਕਿਤਾਬ 'ਚ ਲਿਖਿਆ ਹੋਇਆ ਹੈ। ਜਦ ਤੱਕ ਗੁਰੂ ਸਾਹਿਬ ਪ੍ਰਵਾਨਗੀ ਨਹੀਂ ਦਿੰਦੇ, ਉਦੋਂ ਤੱਕ ਅਸੀਂ ਕਿਸੇ ਗੱਲ ਨੂੰ ਨਹੀਂ ਮੰਨਦੇ। ਕਿਉਂ? ਕਿਉਂਕਿ ਗੁਰੂ ਸਾਹਿਬ ਨੇ ਜੋ ਸਾਨੂੰ ਮਾਰਗ ਦੱਸਿਆ ਉਹ ਪਰਮਾਤਮਾ ਨੂੰ ਜਾਂਦਾ, ਬਾਕੀ ਸਾਰੇ ਰਾਹ 'ਚ ਰਹਿ ਜਾਂਦੇ ਨੇ। ਆਖੋ ਸਤਿਨਾਮ। ਚਲੋ ਇਸ ਕਰਕੇ ਗੁਰੂ ਭਗਤ ਸਾਹਿਬ ਜੀ ਨੇ ਇਹ ਗੱਲ ਕਹਿ ਦਿੱਤੀ, ਕਹਿੰਦੇ ਤੂੰ ਮਨ ਹਠ ਤੀਰਥ ਕਰਦਾ ਜਿਹੜਾ ਇਹ ਵੀ ਤੇਰੇ ਠੀਕ ਨਹੀਂ ਹਨ। ਦੇਖਾ ਦੇਖੀ ਸਵਾਂਗ ਧਰ ਭੂਲੇ ਭਟਕਾ ਖਾਹੇ। ਇਹ ਚਲੋ ਵਚਨ ਆਪਾਂ ਕਰ ਹੀ ਲਿਆ ਵੀ ਦੇਖਾ ਦੇਖੀ ਸਵਾਂਗ ਧਰਦਾ, ਧਾਰਮਿਕ ਕੱਪੜੇ ਪਾਉਂਦਾ, ਦੇਖਾ ਦੇਖੀ ਅੰਦਰੋਂ ਹੋ ਰਿਹਾ, ਬਾਹਰੋਂ ਕੁਛ ਹੋ ਰਿਹਾ। ਅੰਦਰ ਤੇ ਬਾਹਰੋਂ ਇੱਕ, ਅੰਦਰ ਤੇ ਬਾਹਰ ਇੱਕ ਜਿਹਾ ਹੋ ਜਾਣਾ ਚਾਹੀਦਾ, ਫਿਰ ਧਾਰਮਿਕ ਕੱਪੜਾ ਪ੍ਰਵਾਨ ਹੈ। ਆਖੋ ਸਤਿਨਾਮ। ਜੇ ਕੋਈ ਨੱਚਣ ਵਾਲਿਆਂ ਦੇ ਕੱਪੜੇ ਪਾਉਂਦਾ ਨਾ, ਤੇ ਉਹ ਦਿਖਾ ਰਿਹਾ ਆਪਣੇ ਆਪ ਨੂੰ ਵੀ ਇਹ ਮੇਰਾ ਕਰਮ ਹੈ। ਸਮਝ ਗਏ ਨਾ ਜੀ ਬੇਨਤੀ ਨੂੰ? ਕਿਸੇ ਦਾ ਕੰਮ ਹੈ ਨੱਚਣਾ, ਜਿਵੇਂ ਪਹਿਲਾਂ ਨੱਚਦੇ ਹੁੰਦੇ ਸੀ, ਚਲੋ ਹੁਣ ਵੀ ਹੈਗੇ ਨੇ ਲੋਕਾਂ ਦੇ ਵਿਆਹਾਂ 'ਚ ਜਾ ਕੇ ਜਾਂ ਹੋਰ ਅਖਾੜੇ ਵਗੈਰਾ ਆਦਿਕ ਲਾਉਣੇ, ਜਿਨ੍ਹਾਂ ਦਾ ਕੰਮ ਹੈ ਨੱਚਣਾ, ਉਹ ਉਵੇਂ ਦੇ ਕੱਪੜੇ ਪਾਉਂਦੇ ਆ। ਉਹ ਆਪਣੇ ਆਪ ਨੂੰ ਦਰਸਾ ਰਹੇ ਆ ਵੀ ਭਾਈ ਆਹ ਮੇਰਾ ਕਰਮ ਹੈ, ਇਹ ਮੇਰਾ ਕਿੱਤਾ ਹੈ। ਕੋਈ ਮਿਸਤਰੀ ਪਣੇ ਦਾ ਕੰਮ ਕਰਦਾ ਹੈ, ਉਹ ਆਪਣੇ ਆਪ ਨੂੰ ਦਰਸਾ ਰਿਹਾ ਉੱਦਾਂ ਦੇ ਕੱਪੜੇ ਪਾ ਕੇ, ਹੱਥ 'ਚ ਚਾਬੀਆਂ ਲੈ ਕੇ, ਸਾਰਾ ਕੁਛ ਵੀ ਇਹ ਮੇਰਾ ਕਿੱਤਾ ਹੈ। ਕੋਈ ਜਿਸ ਵੀ ਕਿੱਤੇ ਨੂੰ ਕਰ ਰਿਹਾ ਉਵੇਂ ਦਾ ਉਹਦਾ ਸਾਰਾ ਆਸਾ ਪਾਸਾ ਢਾਂਚਾ ਬਣਾਉਂਦਾ, ਉਵੇਂ ਦਾ ਉਹਦਾ ਜਿਹੜੇ ਕਾਰਖਾਨੇ 'ਚ ਜਾਂ ਜਿੱਥੇ ਵੀ ਦਫ਼ਤਰ ਦੇ ਵਿੱਚ ਜਿੱਥੇ ਵੀ ਕੰਮ ਕਰਦਾ ਹੈ ਉਹ ਦਰਸਾ ਰਿਹਾ ਹੁੰਦਾ। ਅਤੇ ਯਾਦ ਰੱਖਿਓ ਉਹਦੇ ਵਾਸਤੇ ਇੱਕ ਉਹ ਇੱਜ਼ਤ ਵੀ ਹੁੰਦੀ ਹੈ, ਉਹਦੀ ਆਪ ਦੀ ਨਾ ਇੱਕ ਕਰਮ ਸਰੂਪ ਹੁੰਦਾ ਹੈ। ਥੋੜ੍ਹਾ ਜਿਹਾ ਬੇਨਤੀ ਨੂੰ ਧਿਆਨ ਨਾਲ ਸਮਝਣਾ ਇਸ ਨੂੰ। ਜਿਹੜਾ ਜਿਵੇਂ ਹੁਣ ਕਿਸੇ ਨੂੰ ਕੋਈ ਅਹੁਦੇਦਾਰੀ ਮਿਲੀ ਹੈ, ਕੋਈ ਵਿਸ਼ੇਸ਼ ਵਰਦੀ ਮਿਲੀ ਹੈ, ਜਿਵੇਂ ਫੌਜ ਨੂੰ, ਪੁਲਿਸ ਨੂੰ, ਉਹਨਾਂ ਵਾਸਤੇ ਉਹ ਇੱਕ ਬਹੁਤ ਵੱਡਾ ਮਾਣ ਹੈ। ਜਿਵੇਂ ਦਾ ਉਹਦਾ ਕਰਮ ਹੈ ਉਵੇਂ ਦੇ ਉਹਦੇ ਕੱਪੜੇ ਹੈ, ਅਤੇ ਉਵੇਂ ਦਾ ਉਹਦਾ ਕਿਰਦਾਰ ਹੋਣਾ ਚਾਹੀਦਾ ਹੈ। ਵੀ ਇਹ ਨਾ ਹੋਵੇ ਵੀ ਕੱਪੜੇ ਮਿਸਤਰੀਆਂ ਵਾਲੇ ਪਾਈ ਫਿਰਦਾ ਹੋਵੇ ਅਤੇ ਚਾਬੀ ਦੇ ਨੰਬਰਾਂ ਦਾ ਵੀ ਨਾ ਪਤਾ ਹੋਵੇ। ਇਹ ਨਾ ਹੋਵੇ ਕਿ ਵਰਦੀ ਪਾਈ ਹੋਵੇ ਅਤੇ ਕੰਮ ਵਰਦੀ ਵਾਲੇ ਸਹੀ ਨਾ ਕਰੇ ਜਿਹੜੇ ਉਹਦੇ ਹੱਕ ਬਣਦਾ ਹੈ। ਅੱਗੇ ਆ ਜਾਓ, ਇਹ ਤਾਂ ਆਪਾਂ ਉਦਾਹਰਨਾਂ ਦਿੱਤੀਆਂ, ਇਹਦੇ ਨਾਲ ਆਪਣਾ ਕੋਈ ਬਹੁਤਾ ਲੰਬਾ ਚੌੜਾ ਮਤਲਬ ਨਹੀਂ, ਇਹ ਸਿਰਫ ਉਦਾਹਰਨ ਵਾਸਤੇ। ਹੁਣ ਇਹਨਾਂ ਨੂੰ ਆਪਾਂ ਇਹ ਮੰਨ ਲਿਆ ਵੀ ਐਂ ਹੋਣਾ ਚਾਹੀਦਾ ਜਿਹੇ ਜਿਹੇ ਕੱਪੜੇ ਪਾਵੇ, ਅਤੇ ਇਹ ਵੀ ਨਾ ਹੋਵੇ ਵੀ ਕੱਪੜੇ ਤੇਰੇ ਧਰਮੀਆਂ ਵਾਲੇ ਹੋਣ ਅਤੇ ਵਿੱਚੋਂ ਤੂੰ ਠੱਗ ਹੋਵੇ। ਆਖੋ ਸਤਿਨਾਮ। ਧਰਮ ਦਾ ਕੱਪੜਾ ਪਾਉਣਾ ਬਹੁਤ ਔਖਾ ਹੁੰਦਾ ਜੀ, ਆਪਾਂ ਤਾਂ ਉੱਦਾਂ ਹੀ ਪਾ ਲੈਂਦੇ ਹਾਂ। ਇਹ ਨਾ ਹੋਵੇ ਕਿ ਕੱਪੜੇ ਤੇਰੇ ਧਰਮੀਆਂ ਵਾਲੇ ਹੋਣ। ਗੁਰੂ ਗੋਬਿੰਦ ਸਿੰਘ ਮਹਾਰਾਜ ਵਾਲਾ ਬਾਣਾ ਮਿਲਿਆ ਹੋਇਆ, ਗੁਰੂ ਸਿੱਖੋ ਆਪਾਂ ਨੂੰ, ਤਾਂ ਗੁਰੂ ਦੇ ਸਿੱਖੋ। ਹੋਰ ਤਾਂ ਕੋਈ ਇਹ ਹੋ ਸਕਦਾ ਵੀ ਗੁਰੂ ਕਿੱਦਾਂ ਦੇ ਹੋਰ ਕੱਪੜੇ ਪਾਉਂਦਾ ਹੋਵੇ ਅਤੇ ਉਹਨਾਂ ਦੇ ਚੇਲਿਆਂ ਨੂੰ ਹੋਰ ਦਿੱਤਾ ਹੋਵੇ। ਸਾਡੇ ਤਾਂ ਗੁਰੂ ਸਾਹਿਬ ਨੇ ਆਪ ਦਾ ਬਾਣਾ ਦਿੱਤਾ ਹੈ, ਅਤੇ ਕਿਰਦਾਰ ਵੀ ਸਾਡਾ ਉੱਦਾਂ ਦਾ ਹੋਣਾ ਚਾਹੀਦਾ ਹੈ। ਆਖੋ ਸਤਿਨਾਮ। ਜੀਓ ਨਿਰਮਲ ਬਾਹਰੋਂ ਨਿਰਮਲ, ਇੱਕੋ ਜਿਹਾ। ਬਾਹਰੋਂ ਤਾਂ ਨਿਰਮਲ ਜੀਓ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ। ਝੂਠ ਦਾ ਤਾਂ ਅਸੀਂ ਪੱਲਾ ਵੀ ਨਹੀਂ ਫੜਦੇ। ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੀ ਖੱਟਿਆ, ਭਲੇ ਸੇ ਬਨਜਾਰੇ। ਐਂ ਭਲਾ ਮਾਨਸ ਬਣਦਾ, ਆਪਦੇ ਆਪ ਨੂੰ ਕਹਾ ਕੇ ਨਹੀਂ ਬਣਦਾ। ਆਖੋ ਸਤਿਨਾਮ। ਕਹਿ ਨਾਨਕ ਜਿਨ ਮਨ ਨਿਰਮਲ, ਸਦਾ ਰਹੇ ਗੁਰ ਨਾਲੇ। ਆਹ ਤੁਕ ਨੂੰ ਤਾਂ ਜੇ ਬਿਲਕੁਲ ਹੀ ਪਕਾ ਲਓ। ਕਹਿ ਨਾਨਕ ਜਿਨ ਮਨ ਨਿਰਮਲ, ਸਦਾ ਰਹੇ ਗੁਰ ਨਾਲੇ। ਜਿਹਦਾ ਮਨ ਨਿਰਮਲ ਹੋ ਗਿਆ, ਗੁਰੂ ਸਾਹਿਬ ਉਹਦੇ ਨਾਲ ਰਹਿੰਦੇ ਆ। ਆਖੋ ਸਤਿਨਾਮ। ਪੱਕੀ ਗੱਲ ਹੈ ਜੀ। ਬਹੁਤ ਵਾਰ ਬੇਨਤੀ ਕੀਤੀ ਹੈ, ਜਦੋਂ ਸਾਡੇ ਚਿੱਤ 'ਚ ਬੇਈਮਾਨੀ ਆਉਂਦੀ, ਅਸੀਂ ਰੱਬ ਨੂੰ ਧੱਕਾ ਦਿੰਦੇ ਹਾਂ ਕਿ ਤੂੰ ਪਾਸੇ ਹੋ ਜਾ, ਮੈਂ ਬੇਈਮਾਨੀ ਕਰਨੀ ਹੈ। ਆਖੋ ਸਤਿਨਾਮ। ਧੱਕੇ ਦੇ ਕੇ ਰੱਬ ਨੂੰ ਕਰਦੇ ਘਰ 'ਚੋਂ
ਹਿਰਦੇ ਚੋਂ, ਜਿਹਦੇ ਅੰਦਰ ਸੱਚ ਆ ਗਿਆ। ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ, ਨੀਰ ਪਾਛੇ ਲਾਗੋਂ ਹਰ ਫਿਰੈ ਕਹਿਤ ਕਬੀਰ ਕਬੀਰ। ਕਬੀਰ ਸਾਹਿਬ ਕਹਿੰਦੇ ਵੀ ਜਦੋਂ ਮਨ ਨਿਰਮਲ ਹੋ ਜਾਂਦਾ ਹੈ ਫਿਰ ਤਾਂ ਰੱਬ ਆਪੇ ਹੀ ਆ ਜਾਂਦਾ ਹੈ। ਆਖੋ ਸਤਿਨਾਮ। ਇਹ ਬੇਈਮਾਨ ਰੱਬ ਨੂੰ ਭਾਲਦਾ ਫਿਰਦਾ, ਰੱਬ ਕਿਹੜਾ ਬੇਈਮਾਨਾਂ ਦੇ ਭਾਲਣ ਵਾਸਤੇ ਹੈ। ਆਖੋ ਸਤਿਨਾਮ। ਤੂੰ ਆਪਦੀ ਬੇਈਮਾਨੀ ਕੱਢ, ਰੱਬ ਆਪੇ ਆ ਜਾਊਗਾ। ਆਖੋ ਸਤਿਨਾਮ। ਇਸ ਕਰਕੇ ਜਿਹੜਾ ਦੇਖਾ ਦੇਖੀ ਦਾ ਸਵਾਂਗ ਹੈ, ਇਹ ਕਿਤੇ ਤਾਂ ਅਸੀਂ ਭੁੱਲ ਕੇ ਕਰਦੇ ਹੁੰਦੇ ਹਾਂ ਵੀ ਕੋਈ ਸਾਨੂੰ ਗਲਤ ਗਾਈਡ ਕਰ ਰਿਹਾ ਹੈ, ਤੇ ਕਿਤੇ ਅਸੀਂ ਜਾਣ ਬੁੱਝ ਕੇ ਕਰ ਰਹੇ ਹਾਂ। ਦੇਖਾ ਦੇਖੀ ਸਵਾਂਗ ਧਰ ਭੁੱਲੇ ਭਟਕਾ ਖਾਹੇ। ਭਟਕਾ ਖਾਹੇ ਦਾ ਭਾਵ ਹੈ ਰਾਹ ਤੋਂ ਭੁੱਲ ਜਾਣਾ, ਭਟਕ ਜਾਣਾ ਰਾਹ ਤੋਂ। ਸੰਸਾਰ ਦਾ ਹਾਲ ਲਿਖਿਆ ਭਗਤ ਕਬੀਰ ਸਾਹਿਬ ਜੀ ਨੇ। ਕਹਿੰਦੇ ਭਾਈ ਦੇਖੋ ਇਹ ਹਾਲ ਹੈ ਸੰਸਾਰ ਦਾ, ਰੱਬ ਤਾਂ ਮੁੱਲ ਲੈ ਕੇ ਪੂਜਦਾ ਹੈ ਤੇ ਆਪ ਰੱਬ ਵਾਲਾ ਰਾਹ ਛੱਡੀ ਫਿਰਦਾ, ਕੇਵਲ ਸਵਾਂਗ ਧਾਰੇ ਹੋਏ ਨੇ। ਆਖੋ ਸਤਿਨਾਮ। ਅਗਲਾ ਵਚਨ, ਕਬੀਰ ਪਾਹਣ ਪਰਮੇਸ਼ਰ ਕੀਆ, ਪੂਜੈ ਸਭ ਸੰਸਾਰ। ਇਸ ਪਰਵਾਸੇ ਜੋ ਰਹੇ, ਬੂਢੇ ਕਾਲੀ ਧਾਰ। ਬਿਲਕੁਲ ਪੱਥਰ ਬਾਰੇ ਲਿਖਿਆ ਭਗਤ ਕਬੀਰ ਸਾਹਿਬ ਜੀ ਨੇ। ਕਬੀਰ ਪਾਹਣ ਪਰਮੇਸ਼ਰ ਕੀਆ, ਪੂਜੈ ਸਭ ਸੰਸਾਰ। ਕਬੀਰ ਸਾਹਿਬ ਕਹਿੰਦੇ ਵੀ ਪੱਥਰ ਨੂੰ ਰੱਬ ਬਣਾ ਲਿਆ ਤੇ ਸਾਰਾ ਸੰਸਾਰ ਪੂਜਣ ਲੱਗ ਗਿਆ। ਆਖੋ ਸਤਿਨਾਮ। ਅਸੀਂ ਵੀ ਕਿਤੇ ਹੌਲੀ ਹੌਲੀ ਇਸ ਪਾਸੇ ਨਾ ਮੁੜ ਜਾਈਏ। ਚਲੋ ਦੂਜੇ ਦੀ ਜਿੱਥੇ ਤੁਹਾਡਾ ਮਨ ਜਾਂਦਾ, ਮੈਨੂੰ ਪਤਾ ਹੈ ਵੀ ਤੁਹਾਨੂੰ ਵੀ ਕਿਸੇ ਨੂੰ ਹੋਰ ਕਹਿੰਦੇ ਆ, ਅਸੀਂ ਵੀ ਕਿਸੇ ਹੌਲੀ ਹੌਲੀ ਨਾ ਮੁੜ ਜਾਈਏ ਇੱਧਰ। ਕੱਲ੍ਹ ਵੀ ਮੈਂ ਬੇਨਤੀ ਕੀਤੀ ਸੀ, ਕਿਸੇ ਨੇ 500 ਦਾ ਪੱਥਰ ਲਿਆ ਕੇ ਰੱਬ ਬਣਾ ਲਿਆ, ਤਸਵੀਰ ਬਣਾ ਲਈ ਅਤੇ ਪੂਜ ਲਿਆ, ਤੇ ਕਿਸੇ ਨੇ 500 ਦਾ ਪੱਥਰ ਲਿਆ ਕੇ ਰੱਬ ਮੁੱਲ ਲੈਣ ਦੀ ਕੋਸ਼ਿਸ਼ ਕੀਤੀ ਹੈ। ਆਖੋ ਸਤਿਨਾਮ। ਉਹ ਆਪਣੇ ਤੇ ਆਉਂਦੀ ਹੈ। ਉਹ ਤਾਂ ਮੈਨੂੰ ਪਤਾ ਹੈ ਵੀ ਤੁਸੀਂ ਸਮਝ ਰਹੇ ਹੋ ਵੀ ਜਿਹਨੇ 500 ਦਾ ਪੱਥਰ ਲਿਆ ਕੇ ਮੂਰਤੀ ਬਣਾ ਕੇ ਪੂਜਿਆ, ਉਹ ਵੀ ਤੁਹਾਨੂੰ ਪਤਾ ਹੈ ਵੀ ਕੌਣ ਹੈ। ਤੇ ਜਿਹੜਾ 500 ਦਾ ਪੱਥਰ ਗੁਰਦੁਆਰੇ ਦੇ ਕੇ ਕਹਿੰਦਾ ਵੀ ਹੁਣ ਨਿਤਨੇਮ ਕਰਨ ਦੀ ਲੋੜ ਨਹੀਂ, ਹੁਣ ਸਤ ਸੰਗਤ ਕਰਨ ਦੀ ਲੋੜ ਨਹੀਂ, ਹੁਣ ਨਾਮ ਜਪਣ ਦੀ ਲੋੜ ਨਹੀਂ, ਹੁਣ ਅੰਮ੍ਰਿਤ ਛਕਣ ਦੀ ਲੋੜ ਨਹੀਂ। ਜੇ 500 'ਚ ਵਧੀਆ ਨਾਂ ਨਹੀਂ ਬੋਲੀ ਤਾਂ 600 ਹੋਰ ਪਾ ਕੇ 1100 ਦਾ ਪੱਥਰ ਕਰ ਦਿੰਦੇ ਆ। ਆਖੋ ਸਤਿਨਾਮ। ਮੈਂ 2 ਡੱਬੇ ਕਰਵਾ ਦਿੰਦਾ, ਜੇ 1 ਡੱਬੇ ਨਾਲ ਗੱਲ ਨਹੀਂ ਬਣਦੀ ਨਾ ਪੱਥਰ ਦੇ, 2 ਡੱਬੇ। ਉਹਨਾਂ ਨੇ ਪੱਥਰ ਮੁੱਲ ਲਿਆ ਕੇ ਪੱਥਰ ਪੂਜਿਆ, ਅਸੀਂ ਪੱਥਰ ਮੁੱਲ ਲਿਆ ਕੇ ਰੱਬ ਨੂੰ ਮੁੱਲ ਲਿਆ। ਆਖੋ ਸਤਿਨਾਮ। ਦੋਹੀਂ ਪਾਸਿਓਂ ਜਵਾਬ ਹੈ ਮੇਰੇ ਸਤਿਗੁਰ ਦਾ। ਕੰਚਨ ਸਿਉ ਪਾਈਐ ਨਹੀਂ ਤੋਲ। ਮਹਾਰਾਜ ਕਹਿੰਦੇ ਤੂੰ ਤਾਂ ਪੱਥਰ ਤੇ ਡੱਬੇ ਚੜਾ ਕੇ ਮੁੱਲ ਲੈਣ ਨੂੰ ਫਿਰਦਾ ਹੈ, ਇੱਥੇ ਤਾਂ ਸੋਨੇ ਨਾਲ ਹੀ ਮਿਲਦਾ ਹੈ। ਆਖੋ ਸਤਿਨਾਮ। ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਮਨ ਦੇ ਰਹੇ, ਮਨ ਤੋਂ ਤਾਂ ਮੁੱਲ ਮਿਲ ਜਾਂਦਾ, ਹੋਰ ਕਿਸੇ ਤਰੀਕੇ ਨਾਲ ਰੱਬ ਮੁੱਲ ਨਹੀਂ ਮਿਲਦਾ। ਇਸ ਕਰਕੇ ਸੁਣੋ, ਭਗਤ ਕਬੀਰ ਸਾਹਿਬ ਜੀ ਕਹਿ ਰਹੇ ਨੇ, ਕਬੀਰ ਪਾਹਣ ਪਰਮੇਸ਼ਰ ਕੀਆ, ਪੱਥਰ ਦਾ ਰੱਬ ਬਣਾ ਲਿਆ, ਪੂਜੈ ਸਭ ਸੰਸਾਰ, ਤੇ ਸੰਸਾਰ ਉਸ ਨੂੰ ਪੂਜਣ ਲੱਗ ਗਿਆ। ਇਸ ਪ੍ਰਭਾਸੇ ਜੋ ਰਹੇ, ਬੂਢੇ ਕਾਲੀ ਧਾਰ। ਜਿਹੜਾ ਪੱਥਰ ਦੇ ਪ੍ਰਭਾਸੇ ਵਿੱਚ ਐ ਸਮਝੂਗਾ ਵੀ ਇਹ ਮੈਨੂੰ ਤਾਰ ਦੂਗਾ, ਉਹ ਕਮਲੇ ਪੱਥਰ ਤਾਰ ਡੁੱਬ ਜਾਂਦਾ ਹੁੰਦਾ ਹੈ। ਆਖੋ ਸਤਿਨਾਮ। ਕਾਲੀ ਧਾਰ ਦਾ ਭਾਵ ਹੁੰਦਾ ਅੱਧ ਵਿਚਕਾਰ ਜਾ ਕੇ। ਅੱਧ ਵਿਚਕਾਰ ਦਾ ਭਾਵ ਇਹ ਨਹੀਂ ਹੁੰਦਾ ਇੱਥੇ, ਇਹ ਕਹਾਵਤ ਹੈ ਅੱਧ ਵਿਚਾਲੇ ਡੁੱਬ ਦੇਣਾ। ਅੱਧ ਵਿਚਾਲੇ ਦਾ ਭਾਵ ਇਹ ਨਹੀਂ ਹੁੰਦਾ ਕਿ ਕਿਸੇ ਪਾਣੀ ਦੇ ਵਿਚਾਲੇ ਜਾ ਕੇ ਹੀ ਆਪਾਂ ਕਹੀਏ। ਅੱਧ ਵਿਚਾਲੇ ਦਾ ਭਾਵ ਹੁੰਦਾ ਹੈ ਜਿਵੇਂ ਹੁਣ ਮੰਨ ਲਓ ਕੋਈ ਪਾਣੀ 'ਚ ਜਾ ਰਿਹਾ, ਜਿੱਥੋਂ ਕਹਾਵਤ ਬਣੀ ਵੀ ਪਾਣੀ 'ਚ ਜਾ ਰਿਹਾ ਹੈ, ਜੇ ਤਾਂ ਉਹਨੂੰ ਸ਼ੁਰੂ 'ਚ ਇਹ ਪਤਾ ਲੱਗ ਜਾਏ ਵੀ ਅੱਗੇ ਪਾਣੀ ਖਤਰਨਾਕ ਹੈ, ਡੂੰਘਾ ਹੈ, ਤਾਂ ਵਾਪਸ ਮੁੜ ਜੂਗਾ। 5-7 ਕਰਮ ਅੰਦਰ ਨੂੰ ਗਿਆ, ਵਾਪਸ ਮੁੜਿਆ। ਜਾਂ ਫਿਰ ਇਹ ਹੋਵੇ ਕਿ ਉਹ ਅੱਧ ਤੋਂ ਗਾਹਾਂ ਨਿਕਲ ਜਾਵੇ, ਜਿੱਥੇ ਪਾਣੀ ਛੋਟਾ ਹੈ ਫਿਰ ਵੀ ਬਚਣ ਨੂੰ ਥਾਂ ਹੈ, ਵੀ ਛੇਤੀ ਛੇਤੀ ਕਿਵੇਂ ਨਾ ਕਿਵੇਂ ਕਰਕੇ ਅੱਗੇ ਨਿਕਲ ਕੇ ਕੋਈ ਸਹਾਰਾ ਲੈ ਜਾਵੇ।
ਪਰ ਜਿੱਥੇ ਬਹੁਤਾ ਡੂੰਘਾ ਪਾਣੀ ਹੈ, ਅੱਗਾ ਦੂਰ ਰਹਿ ਗਿਆ, ਪਿੱਛਾ ਦੂਰ ਰਹਿ ਗਿਆ, ਹੁਣ ਉੱਥੇ ਉਹਨੂੰ ਕੋਈ ਹੱਲ ਨਹੀਂ, ਜਾਣੀ ਜਿੱਥੇ ਹੱਲ ਨਹੀਂ ਉਹਨੂੰ ਕਾਲੀ ਧਾਰ ਕਹਿੰਦੇ ਨੇ। ਅੱਧ ਵਿਚਾਲੇ ਡੁੱਬਣਾ, ਜਿਹਦੇ ਕੋਈ ਅੱਗੇ ਪਿੱਛੇ ਅੱਗੇ ਸਿਰਾ ਨਹੀਂ ਹੈਗਾ ਵੀ ਹੁਣ ਕਿੱਧਰ ਨਿਕਲਾਂ। ਇਹ ਯਾਦ ਰੱਖਿਓ, ਜੋ ਪੱਥਰ ਦੀ ਪੂਜਾ ਕਰਦਾ ਹੈ, ਜਾਣੀ ਰੱਬ ਨੂੰ ਛੱਡ ਕੇ ਹੋਰ ਕੋਈ ਵੀ ਪੂਜਾ ਕਰਦਾ ਹੈ, ਉਹ ਕਾਲੀ ਧਾਰ ਵਿੱਚ ਕਿਵੇਂ ਚਲਿਆ ਗਿਆ। ਪਹਿਲਾਂ ਤਾਂ ਇਹ ਸਮਝਣਾ ਪਊ ਅੱਧ ਵਿਚਾਲੇ ਕਿਵੇਂ ਚਲਿਆ ਗਿਆ। ਅੱਧ ਵਿਚਾਲੇ ਉਹਨਾਂ ਨੇ ਤੋੜ ਦਿੱਤਾ ਜਿਨ੍ਹਾਂ ਨੇ ਗਲਤ ਗਾਈਡ ਕੀਤਾ। ਉਹ ਕਹਿੰਦੇ ਵੀ ਨਾ, ਬਿਲਕੁਲ ਕੋਈ ਗੱਲ ਨਹੀਂ, ਤੂੰ ਆਪ ਪੂਜਾ ਕਰ ਜਿਆ ਕਰ ਤੇ ਇੱਥੇ ਇੰਨਾ ਚੜਾਵਾ ਚੜਾ ਜਿਆ ਕਰ ਤੇ ਤੂੰ ਪਾਰ ਲੰਘ ਜਾਏਗਾ। ਐ ਤੁਰਿਆ ਗਿਆ ਜੀ, ਬੰਦਾ ਤੁਰਿਆ ਗਿਆ ਵੀ ਨਹੀਂ ਆਪਾਂ ਤਾਂ ਪਾਰ ਲੰਘ ਜਾਵਾਂਗੇ। ਤੁਰਿਆ ਗਿਆ, ਸਮਾਂ ਆ ਗਿਆ ਅਖੀਰ ਦਾ ਤੇ ਉੱਥੇ ਜਾ ਕੇ ਜਦੋਂ ਗੱਲ ਦੀ ਸਮਝ ਆਈ, ਸਾਹਮਣੇ ਜਾਮ ਆਏ ਜਾਂ ਕੋਈ ਵੀ ਇੱਦਾਂ ਦੇ ਹਾਲਾਤ ਬਣਦੇ ਆ ਵੀ ਹੁਣ ਆਉਂਦਾ ਪੱਥਰ ਉਹ ਤਾਰੂਗਾ ਮੈਨੂੰ, ਤੇ ਜਿਹੜੀ ਅਸਲੀ ਗੱਲ ਸੀ ਉਹ ਸਾਹਮਣੇ ਆ ਗਈ। ਪੁਜਾਰੀ ਦੀ ਗੱਲ ਤਾਂ ਰਾਹ 'ਚ ਹੀ ਰਹਿ ਗਈ। ਪੁਜਾਰੀ ਤਾਂ ਹੁਣ ਕਹਿੰਦਾ ਵੀ ਨਹੀਂ ਇਹ ਤਾਂ ਹੁੰਦਾ ਹੀ ਹੈ ਜੀ, ਤਾਂ ਭਾਣਾ ਵਰਤੂਗਾ ਜੀ। ਫਿਰ ਐਂ ਹੋ ਜਾਂਦਾ ਵੀ ਤਾਂ ਐਂ ਹੋਊਗਾ ਜੀ। ਤਾਂ ਹੁਣ ਉਹ ਤਾਂ ਗੱਲ ਰਾਹ 'ਚ ਰਹਿ ਗਈ ਤੇ ਅੱਗੇ ਪਿੱਛੇ ਹੁਣ ਤਾਰਨ ਵਾਲਾ ਕੋਈ ਨਹੀਂ, ਕਿਉਂਕਿ ਪੂਰਾ ਗੁਰੂ ਨਹੀਂ ਮਾਣਿਆ ਬਣਾਇਆ, ਰੱਬ ਦੇ ਨਾਮ ਦਾ ਆਨੰਦ ਨਹੀਂ ਮਾਣਿਆ ਤੇ ਤਾਰਨ ਵਾਲਾ ਕੋਈ ਨਹੀਂ। ਪੱਥਰ ਮਗਰ ਤਾਂ ਨਹੀਂ ਗਿਆ ਕਿਸੇ ਨੂੰ ਡੋਬਣਾ, ਪਰ ਪੱਥਰ ਨੇ ਤਾਰਿਆ ਕੋਈ ਨਹੀਂ। ਆਖੋ ਸਤਿਨਾਮ। ਆਪਾਂ ਇਹ ਨਹੀਂ ਕਹਿ ਰਹੇ, ਜਾਂ ਭਗਤ ਕਬੀਰ ਸਾਹਿਬ ਜੀ ਇਹ ਨਹੀਂ ਕਹਿ ਰਹੇ ਵੀ ਪੱਥਰ ਜਾ ਕੇ ਕਿਸੇ ਨੂੰ ਡੋਬ ਕੇ ਆਉਂਦਾ ਹੈ, ਪਰ ਪੱਥਰ ਦੇ ਸਹਾਰੇ ਜਿਹੜਾ ਪਾਣੀ ਵਿੱਚ ਵੜ ਗਿਆ ਉਹ ਡੁੱਬੂਗਾ। ਆਖੋ ਸਤਿਨਾਮ। ਤੇ ਕਾਲੀ ਧਾਰ ਦਾ ਭਾਵ ਇਹੋ ਜਿਹੇ ਸਮੇਂ ਤੇ ਡੁੱਬਦਾ ਹੈ ਜਦੋਂ ਹੱਲ ਵੀ ਕੋਈ ਨਹੀਂ ਹੁੰਦਾ। ਆਖੋ ਸਤਿਨਾਮ। ਇਸ ਕਾਰਨ ਕਰਕੇ ਜੇ ਸਹਾਰਾ ਲੈਣਾ ਹੈ ਤਾਂ ਉਹਦਾ ਸਹਾਰਾ ਲੈਣਾ ਹੈ ਜਿਹੜਾ ਆਪ ਤਰਨ ਵਾਲਾ ਹੋਵੇ। ਕੱਚੜਿਆਂ ਸੋਂ ਤੋੜ ਢੂੰਡ ਸੰਤ ਸੱਜਣ ਪੱਕਿਆਂ, ਕੋਈ ਪੱਕਾ ਲੱਭ ਜਿਹੜਾ ਤੈਨੂੰ ਤਾਰ ਦੇਵੇ। ਓਏ ਜੀਵਨ ਦੇ ਵਿਛੜੇ ਹੋਏ ਮੋਇਆ ਨਾ ਜਾਈ ਛੋੜ, ਉਹਨੂੰ ਪੂਜੋ ਜਿਹੜਾ ਮਰਨ ਤੋਂ ਬਾਅਦ ਵੀ ਨਾ ਸਾਨੂੰ ਛੱਡੇ। ਆਖੋ ਸਤਿਨਾਮ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਇਹ ਕਹਿ ਦਿੱਤਾ, ਕਹਿੰਦੇ ਇਹ ਭਾਈ ਜਿਹੜਾ ਪੱਥਰ ਦੇ ਸਹਾਰੇ ਰਹੂਗਾ ਉਹ ਕਾਲੀ ਧਾਰ ਦੇ ਵਿੱਚ ਜਾ ਕੇ ਡੁੱਬੂ। ਪੱਥਰ ਦਾ ਮਤਲਬ ਕੇਵਲ ਪੱਥਰ ਨਾ ਲੈਣਾ। ਕੋਈ ਦਰਖਤਾਂ ਨੂੰ ਪੂਜੀ ਜਾਂਦਾ ਜੀ, ਕੋਈ ਪਸ਼ੂਆਂ ਨੂੰ ਪੂਜੀ ਜਾਂਦਾ ਹੈ, ਕੋਈ ਹੋਰ ਜਾਨਵਰਾਂ ਨੂੰ ਪੂਜੀ ਜਾਂਦਾ ਹੈ। ਇਹ ਸਾਰੀਆਂ ਗੱਲਾਂ ਕੱਟ ਦਿਓ, ਕਿਉਂਕਿ ਪਸ਼ੂ ਨਹੀਂ ਕਿਸੇ ਨੂੰ, ਪਸ਼ੂ ਤਾਰ ਦੂਗਾ ਜੀ ਕਿਸੇ ਨੂੰ। ਪਸ਼ੂ ਤਾਂ ਮਾਈਂਡ ਆਫ ਜੀਵ ਹੈ, ਜਿਹਦੇ ਅੰਦਰ ਚੇਤਨਾ ਹੀ ਹੈ ਨਹੀਂ ਕੋਈ, ਉਹ ਕੀ ਤਾਰ ਦੂਗਾ ਕਿਸੇ ਨੂੰ। ਜੰਡ ਤਾਰ ਦੂ, ਜੰਡ ਔਖਾ ਲੱਗਦਾ ਆਪਾਂ ਨੂੰ, ਕਿਉਂਕਿ ਇਹਦੇ ਜੰਡ ਬਿਨਾਂ ਸਾਡੀ ਮੱਝ ਨਹੀਂ ਫਿਰਦੀ। ਮੈਂ ਹੈਰਾਨ ਆ ਇਸ ਗੱਲ ਨੂੰ ਵੀ ਜੰਡ ਨੂੰ ਤਾਂ ਮੱਝ ਖਾਂਦੀ ਵੀ ਨਹੀਂ। ਆਖੋ ਸਤਿਨਾਮ। ਮੇਰੀ ਆਦਤ ਹੈ 4 ਸਵੇਰੇ ਖੋਜਾਂ ਕਰਨ ਦੀ ਵੀ ਆਹ ਚੀਜ਼ ਆਹ ਹੈ, ਉਹ ਮੱਝ ਖਾਂਦੀ ਵੀ ਨਹੀਂ। ਇਹ ਕਹਿੰਦੇ ਜੰਡ ਤੋਂ ਬਿਨਾਂ ਸਾਡੀ ਮੱਝ ਨਹੀਂ ਮਿਲਦੀ ਜਿੰਨਾ ਚਿਰ ਲੱਸੀ ਨਾ ਪੱਕੇਗੇ। ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਇਹ ਬੰਦਾ ਉਹ ਧੱਕੇ ਜਿਹੇ ਖਾਂਦਾ ਫਿਰਦਾ ਹੈ ਕਿ ਕੋਈ ਆਪਦਾ ਦਿਮਾਗ ਵੀ ਲਾਉਂਦਾ ਹੈ। ਧੱਕੇ ਜਿਹੇ ਖਾਣ ਵਾਲੀ ਗੱਲ ਹੀ ਲੱਗਦੀ ਹੈ ਵੀ ਜਿੱਧਰ ਧੱਕਤਾ ਕਿਸੇ ਨੇ। ਧੱਕੇ ਖਾਣ ਦਾ ਮਤਲਬ ਕੀ ਹੁੰਦਾ? ਮੈਂ ਗਲਤ ਨਹੀਂ ਕਹਿ ਰਿਹਾ ਕੁਛ। ਧੱਕੇ ਖਾਣ ਦਾ ਉੱਧਰ ਧੱਕਤਾ ਕਿਸੇ ਨੇ, ਉੱਥੇ ਲੱਸੀ ਪਾਇਆ, ਉੱਧਰ ਤੁਰ ਗਿਆ, ਉੱਧਰ ਧੱਕਤਾ ਕਰੇ, ਉੱਧਰ ਤੁਰ ਗਿਆ। ਆਖੋ ਸਤਿਨਾਮ। ਕਿੰਨੇ ਜਾਣੇ ਹੋਣਗੇ ਇਵੇਂ ਦੇ, ਹੈ ਨਾ, ਜਿਹੜੇ ਆਈ ਵੀ ਫਲਾਣੇ ਥਾਂ ਮੈਨੂੰ ਫਲਾਣੇ ਨੇ ਤੋਰਿਆ ਸੀ, ਫਲਾਣੇ ਥਾਂ ਮੈਨੂੰ ਫਲਾਣੇ ਨੇ ਤੋਰਿਆ ਸੀ। ਇੱਦਾਂ ਦੇ ਕਿਵੇਂ ਕਿੰਨਾ ਸਮਾਜ ਹੈ। ਅਖੀਰ ਨੂੰ ਤੋਰਨ ਵਾਲੇ ਕਿਧਰੇ ਰਹਿ ਜਾਂਦੇ ਨੇ, ਡੁੱਬਣ ਵਾਲਾ ਡੁੱਬ ਜਾਂਦਾ ਹੈ। ਆਖੋ ਸਤਿਨਾਮ। ਇਸ ਕਾਰਨ ਕਰਕੇ ਇਹਨੂੰ ਬੜਾ ਨੇੜੋਂ ਲਿਆ ਭਗਤ ਕਬੀਰ ਸਾਹਿਬ ਜੀ ਨੇ ਇਸ ਪੂਜਾ ਨੂੰ। ਇੱਦਾਂ ਦੀ ਗੈਰ ਪੂਜਾ ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿ ਰਹੇ ਨੇ, ਕੋ ਬਤਾਨ ਕੋ ਪੂਜਤ ਹੈ, ਪਸ ਕੋ ਮ੍ਰਿਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਰੁਜੇ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਜੇ ਆਹ ਨਾਲ ਪੱਖ ਆਪਾਂ ਲੈਣਾ ਹੋਵੇ ਨਾ, ਸ੍ਰੀ ਭਗਵਾਨ ਦਾ ਭੇਦ, ਇਹ ਵਿਸ਼ਾ ਬਹੁਤ ਵੱਡਾ ਬਣ ਜਾਂਦਾ ਹੈ। ਆਪਾਂ ਸਿਰਫ ਨੈਗੇਟਿਵ ਸਾਈਡ ਹੀ ਲੈ ਰਹੇ ਅੱਜ, ਕਿਉਂਕਿ ਆਪਾਂ ਇਹਨਾਂ ਸ਼ਲੋਕਾਂ ਦੀ ਵਿਚਾਰ ਕਰਨੀ ਹੈ। ਅਗਲਾ ਸ਼ਲੋਕ ਸੁਣੀਏ। ਕਬੀਰ ਕਾਗਦ ਕੀ